ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ। ਹਾਜ਼ਰ ਹਾਂ ਤੁਹਾਡੇ ਸਨਮੁਖ ਇੱਕ ਖਾਸ ਰਿਪੋਰਟ ਲੈ ਕੇ। ਦਰਅਸਲ ਡੋਨਲਡ ਟਰੰਪ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਟਰੰਪ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਅਜਿਹਾ ਅਮਰੀਕਾ ਦੇ ਇਤਿਹਾਸ ਵਿੱਚ ਮਹਿਜ਼ 2 ਵਾਰ ਹੋਇਆ ਹੈ ਜਦੋਂ ਕੋਈ ਰਾਸ਼ਟਰਪਤੀ ਇੱਕ ਚੋਣ ਹਾਰਨ ਤੋਂ ਬਾਅਦ ਮੁੜ ਜਿੱਤੇ ਅਤੇ ਵਾਈਟ ਹਾਊਸ ਪਰਤ ਆਏ ਹੋਣ। ਅਮਰੀਕਾ ਵਿੱਚ ਅਜੇ ਤੱਕ ਕੋਈ ਵੀ ਔਰਤ ਰਾਸ਼ਟਰਪਤੀ ਨਹੀਂ ਬਣ ਸਕੀ ਅਤੇ ਕਮਲਾ ਹੈਰਿਸ ਵਿੱਚ ਇਸ ਰਵਾਇਤ ਨੂੰ ਤੋੜਨ ਵਿੱਚ ਨਾਕਾਮ ਰਹੀ ਹੈ। ਸਾਲ 2020 ਵਿੱਚ ਜਦੋਂ ਡੋਨਲਡ ਟਰੰਪ ਬਾਈਡਨ ਤੋਂ ਚੋਣ ਹਾਰ ਗਏ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ। ਰਾਸ਼ਟਰਪਤੀ ਵਜੋਂ ਟਰੰਪ ਦਾ ਪਹਿਲਾ ਕਾਰਜਕਾਲ ਅਰਾਜਕਤਾ ਅਤੇ ਆਲੋਚਨਾ ਭਰੇ ਮਾਹੌਲ ਵਿੱਚ ਖਤਮ ਹੋਇਆ ਸੀ। ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਕਈ ਆਗੂਆਂ ਨੇ ਵੀ ਟਰੰਪ ਦੀ ਆਲੋਚਨਾ ਕੀਤੀ ਸੀ। ਬ੍ਰਾਇਨ ਲਾਂਜ਼ਾ ਉਸ ਸਮੇਂ ਤੋਂ ਡੋਨਲਡ ਟਰੰਪ ਦੇ ਸਿਆਸੀ ਸਲਾਹਕਾਰ ਰਹੇ ਹਨ ਜਦੋਂ ਸਾਲ 2016 ਵਿੱਚ ਉਹਨਾਂ ਨੇ ਪਹਿਲੀ ਵਾਰ ਰਾਸ਼ਟਰਪਤੀ ਚੋਣਾਂ ਲੜੀ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਬ੍ਰਾਇਨ ਟਰੰਪ ਬਾਰੇ ਕਹਿੰਦੇ ਹਨ ਕਿ ਉਹ ਮਾਤ ਖਾਂਦੇ ਹਨ ਅਤੇ ਫਿਰ ਦੁੱਗਣੀ ਮਜ਼ਬੂਤ ਇੱਛਾ ਸ਼ਕਤੀ ਦੇ ਨਾਲ ਦੁਬਾਰਾ ਖੜੇ ਹੁੰਦੇ ਹੋ ਜਾਂਦੇ ਹਨ। ਮੈਂ ਉਹਨਾਂ ਦੀ ਜਿੱਤ ਤੋਂ ਹੈਰਾਨ ਨਹੀਂ ਹਾਂ। 78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਵਿੱਚ ਅਜਿਹੇ ਸ਼ਖਸ ਵਜੋਂ ਪਰਤਣਗੇ ਜਿਸ ਨੂੰ ਸਿਆਸੀ ਤੌਰ ਤੇ ਤੋੜਨਾ ਅਸੰਭਵ ਹੈ। ਇਸ ਵਾਰ ਉਹਨਾਂ ਕੋਲ ਆਪਣੇ ਏਜੰਡਾ ਦੇ ਨਾਲ ਵਫਾਦਾਰਾਂ ਦੀ ਵੱਡੀ ਫੌਜ ਵੀ ਹੋਵੇਗੀ। ਵੇਖਦੇ ਹਾਂ ਖਾਸ ਰਿਪੋਰਟ ਜਿਸ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਦੀ ਐਂਡ ਟੂ ਨਿਊ ਬਿਗਨਿੰਗਸ। 4 ਸਾਲ ਪਹਿਲਾਂ ਡੋਨਲਡ ਟਰੰਪ ਹਾਰੇ ਹੋਏ ਨਜ਼ਰ ਆ ਰਹੇ ਸਨ। ਡੈਮੋਕ੍ਰੈਟਿਕ ਪਾਰਟੀ ਤੋਂ ਉਹਨਾਂ ਦੇ ਵਿਰੋਧੀ ਬਾਈਡਨ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਅਦਾਲਤਾਂ ਨੇ ਟਰੰਪ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਸੀ। ਆਖਰੀ ਰਾਹ ਵਜੋਂ ਉਹਨਾਂ ਨੇ ਆਪਣੇ ਸਮਰਥਕਾਂ ਦੀ ਰੈਲੀ ਬੁਲਾਈ। ਇਸ ਵਿੱਚ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਅਮਰੀਕੀ ਸੰਸਦ ਭਵਨ ਤੇ ਹਮਲਾ ਕਰਨ ਲਈ ਕਿਹਾ ਸੀ। ਉਹ ਵੀ ਉਸ ਸਮੇਂ ਜਦੋਂ ਉੱਥੇ ਬੈਠੇ ਸਾਂਸਦ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੇ ਪ੍ਰਮਾਣਿਕਤਾ ਦੀ ਮੋਹਰ ਲਗਾ ਰਹੇ ਸਨ। ਟਰੰਪ ਦੇ ਸਮਰਥਕਾਂ ਦੀ ਭੀੜ ਨੇ ਦੇਸ਼ ਦੇ ਸੰਸਦ ਭਵਨ ਤੇ ਇੰਨਾ ਭਿਆਨਕ ਹਮਲਾ ਬੋਲਿਆ ਕਿ ਇਮਾਰਤ ਅੰਦਰ ਮੌਜੂਦ ਲੋਕਾਂ ਨੂੰ ਸੁਰੱਖਿਆ ਲਈ ਇੱਧਰ-ਉੱਧਰ ਭੱਜਣਾ ਪਿਆ। ਟਰੰਪ ਪੱਖੀ ਭੀੜ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਸੈਂਕੜੇ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਸ ਦੇ ਵਿਰੋਧ ਵਿੱਚ ਟਰੰਪ ਪ੍ਰਸ਼ਾਸਨ ਵਿੱਚ ਉੱਚ ਅਹੁਦਿਆਂ ਤੇ ਰਹੇ ਕਈ ਅਧਿਕਾਰੀਆਂ ਨੇ ਆਪਣੇ ਅਹੁਦੇ ਅਤੇ ਟਰੰਪ ਦਾ ਸਮਰਥਨ ਛੱਡ ਦਿੱਤਾ ਸੀ। ਇਹਨਾਂ ਵਿੱਚ ਸਿੱਖਿਆ ਮੰਤਰੀ ਬੈਥਸੀ ਡੋਵੇਸ ਅਤੇ ਆਵਾਜਾਈ ਮੰਤਰੀ ਇਲੋਨ ਚਾਓ ਸ਼ਾਮਲ ਸਨ। ਇੱਥੋਂ ਤੱਕ ਕਿ ਦੱਖਣੀ ਕੈਰੋਲੀਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਅਤੇ ਟਰੰਪ ਦੇ ਕਰੀਬੀ ਸਹਿਯੋਗੀ ਲਿੰਡਸੇ ਗ੍ਰਾਹਮ ਨੇ ਵੀ ਤਤਕਾਲੀ ਰਾਸ਼ਟਰਪਤੀ ਦਾ ਸਾਥ ਛੱਡ ਦਿੱਤਾ ਸੀ। ਟਰੰਪ ਤੋਂ ਦੂਰੀ ਬਣਾਉਣ ਦੀ ਮੁਹਿੰਮ ਅਮਰੀਕਾ ਦੇ ਉਦਯੋਗ ਜਗਤ ਤੱਕ ਅਮਰੀਕਨ ਐਕਸਪ੍ਰੈਸ, ਮਾਈਕਰੋਸਾਫਟ, ਨਾਈਕੀ ਅਤੇ ਵਾਲਗ੍ਰੀਨਸ ਸਣੇ ਦਰਜਨਾਂ ਵੱਡੀਆਂ ਕੰਪਨੀਆਂ ਨੇ ਐਲਾਨ ਕੀਤਾ ਕਿ ਉਹ ਰਿਪਬਲਿਕਨ ਪਾਰਟੀ ਨੂੰ ਸਮਰਥਨ ਨਹੀਂ ਦੇਣਗੇ ਕਿਉਂਕਿ ਪਾਰਟੀ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ। ਟਰੰਪ ਨੇ ਅਮਰੀਕਾ ਦੇ ਸਿਆਸੀ ਇਤਿਹਾਸ ਦੀ 152 ਸਾਲ ਪੁਰਾਣੀ ਰਵਾਇਤ ਤੋੜਦਿਆਂ ਨਵੇਂ ਰਾਸ਼ਟਰਪਤੀ ਦੇ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੀ ਬਜਾਏ ਤੜਕੇ ਹੀ ਵਾਈਟ ਹਾਊਸ ਛੱਡ ਕੇ ਮਾਰੇ ਲਾਗੋ ਸਥਿਤ ਆਪਣੇ ਨਿੱਜੀ ਕਲੱਬ ਲਈ ਰਵਾਨਾ ਹੋ ਗਏ ਸਨ। ਟਰੰਪ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਥੋੜੇ ਜਿਹੇ ਕਰੀਬੀ ਸਹਿਯੋਗੀ ਵੀ ਸਨ। ਵਾਈਟ ਹਾਊਸ ਛੱਡਣ ਤੋਂ ਬਾਅਦ ਟਰੰਪ ਦੇ ਜੀਵਨ ਤੇ ਟਰੰਪ ਇਨ ਐਗਜ਼ਾਈਲ ਨਾਂ ਦੀ ਕਿਤਾਬ ਲਿਖਣ ਵਾਲੇ ਮੈਰੀਡਿਥ ਮੈਕਗ੍ਰਾ ਮੁਤਾਬਕ ਟਰੰਪ ਵਾਈਟ ਹਾਊਸ ਨੂੰ ਅਲਵਿਦਾ ਕਹਿੰਦੇ ਹੋਏ ਕਾਫੀ ਖਿਝੇ ਹੋਏ ਸਨ। ਉਸ ਦੌਰਾਨ ਅਮਰੀਕੀ ਮੀਡੀਆ ਵਿੱਚ ਚੱਲ ਰਹੀ ਚਰਚਾ ਤੋਂ ਵੀ ਟਰੰਪ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦੀ ਝਲਕ ਨਜ਼ਰ ਆ ਰਹੀ ਸੀ। ਚੋਣਾਂ ਵਿੱਚ ਸਪਸ਼ਟ ਹਾਰ ਮਿਲਣ ਅਤੇ ਉਸ ਤੋਂ ਬਾਅਦ ਅਮਰੀਕੀ ਸੰਸਦ ਵਿੱਚ ਫੈਲੀ ਅਰਾਜਕਤਾ ਦੇ ਮੰਜ਼ਰ ਤੋਂ ਬਾਅਦ ਮੀਡੀਆ ਵਿੱਚ ਕੁਝ ਲੋਕਾਂ ਨੇ ਤਾਂ ਆਪਣੀ ਸਪਸ਼ਟ ਰਾਏ ਜ਼ਾਹਰ ਕਰਦਿਆਂ ਇੱਥੋਂ ਤੱਕ ਕਿਹਾ ਸੀ ਕਿ ਹੁਣ ਟਰੰਪ ਦੀ ਅਮਰੀਕੀ ਸਿਆਸਤ ਵਿੱਚ ਵਾਪਸੀ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਜਨਵਰੀ 2021 ਵਿੱਚ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੀ ਸਬ ਹੈਡਲਾਈਨ ਕੁਝ ਇਸ ਤਰ੍ਹਾਂ ਸੀ ਕਿ ਇੱਕ ਭਿਆਨਕ ਪ੍ਰਯੋਗ ਹੁਣ ਖਤਮ ਹੋ ਗਿਆ। ਇੱਕ ਲੇਖ ਦੀ ਹੈਡਲਾਈਨ ਤਾਂ ਹੋਰ ਵੀ ਸਪਸ਼ਟ ਸੀ, ਰਾਸ਼ਟਰਪਤੀ ਡੋਨਲਡ ਜੇ ਟਰੰਪ ਦੀ ਐਂਡ। ਪਰ ਬਾਈਡਨ ਦੇ ਸਹੁੰ-ਚੁੱਕ ਸਮਾਗਮ ਵਾਲੇ ਦਿਨ ਫਲੋਰੀਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਮੈਰੀਲੈਂਡ ਵਿੱਚ ਇੱਕ 에ਅਰ ਫੋਰਸ ਬੇਸ ਤੇ ਉਡਾਨ ਭਰਦੇ ਹੋਏ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਮੁਹੱਬਤ ਕਰਦੇ ਹਾਂ, ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਆਵਾਂਗੇ। ਮਹਿਜ਼ ਇੱਕ ਹਫ਼ਤੇ ਬਾਅਦ ਇਹ ਸਪਸ਼ਟ ਹੋ ਗਿਆ ਸੀ ਕਿ ਟਰੰਪ ਨੂੰ ਸਿਆਸੀ ਦਬਦਬਾ ਕਾਇਮ ਕਰਨ ਲਈ ਜ਼ਿਆਦਾ ਲੰਬੀ ਉਡੀਕ ਨਹੀਂ ਕਰਨੀ ਪਵੇਗੀ। ਰਿਪਬਲਿਕਨ ਪਾਰਟੀ ਖੁਦ ਉਹਨਾਂ ਕੋਲ ਗਈ। ਕੈਲੀਫੋਰਨੀਆ ਤੋਂ ਸਾਂਸਦ ਅਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਕੇਵਿਨ ਮੈਕਾਰਥੀ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਮਾਰੇ ਲਾਗੋ ਪਹੁੰਚੇ। ਮੈਕਾਰਥੀ ਨੇ ਵੀ ਟਰੰਪ ਦੇ ਨਾਲ ਖੜੇ ਹੋ ਕੇ ਫੋਟੋ ਖਿਚਵਾਈ। 6 ਜਨਵਰੀ ਨੂੰ ਅਮਰੀਕੀ ਸੰਸਦ ਦੇ ਹਮਲੇ ਤੋਂ ਤੁਰੰਤ ਬਾਅਦ ਮੈਕਾਰਥੀ ਨੇ ਕਿਹਾ ਸੀ ਕਿ ਟਰੰਪ ਭੀੜ ਦੀ ਹਿੱਸਾ ਲਈ ਜ਼ਿੰਮੇਵਾਰ ਸਨ। ਇੰਨਾ ਹੀ ਨਹੀਂ, ਉਹਨਾਂ ਨੇ ਇਹ ਸੁਝਾਅ ਵੀ ਦਿੱਤਾ ਸੀ ਕਿ ਅਮਰੀਕੀ ਸੰਸਦ ਨੂੰ ਟਰੰਪ ਦੇ ਇਸ ਵਿਵਹਾਰ ਲਈ ਰਸਮੀ ਤੌਰ ਤੇ ਉਹਨਾਂ ਦੀ ਨਿੰਦਾ ਕਰਨੀ ਚਾਹੀਦੀ ਹੈ। ਪਰ ਹੁਣ ਮੈਕਾਰਥੀ ਸਾਬਕਾ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਦੀਆਂ ਗੱਲਾਂ ਕਰ ਰਹੇ ਸਨ ਤਾਂ ਜੋ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਕਾਂਗਰਸ ਵਿੱਚ ਬਹੁਮਤ ਹਾਸਲ ਕਰ ਸਕੇ।
ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸੈਨੇਟ ਟਰੰਪ ਦੇ ਖਿਲਾਫ ਮਹਾਦੋਸ਼ ਲਾਉਣ ਦੀ ਤਿਆਰੀ ਕਰ ਰਹੀ ਸੀ, ਇਸੇ ਦੌਰਾਨ ਮੈਕਾਰਥੀ ਦਾ ਟਰੰਪ ਨੂੰ ਮਿਲਣ ਜਾਣਾ ਦਰਸਾ ਰਿਹਾ ਸੀ ਕਿ ਰਿਪਬਲਿਕਨ ਪਾਰਟੀ ਦਾ ਇੱਕ ਬੇਹੱਦ ਤਾਕਤਵਰ ਆਗੂ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਕਿੰਗ ਮੇਕਰ ਬਣਦਾ ਹੈ। ਸੈਨੇਟ ਵਿੱਚ ਟਰੰਪ ਦੇ ਖਿਲਾਫ ਮਹਾਦੋਸ਼ ਉਹਨਾਂ ਦੇ ਬਰੀ ਹੋਣ ਦੇ ਨਾਲ ਖਤਮ ਹੋ ਗਿਆ ਸੀ, ਕਿਉਂਕਿ ਰਿਪਬਲਿਕਨ ਪਾਰਟੀ ਦੇ ਜ਼ਿਆਦਾਤਰ ਸੈਨੇਟਰਾਂ ਨੇ ਟਰੰਪ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਖਿਲਾਫ ਵੋਟ ਕੀਤਾ ਸੀ। ਇਹਨਾਂ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਟਰੰਪ ਦੀ ਖੁੱਲ੍ਹ ਕੇ ਆਲੋਚਨਾ ਕਰਨ ਵਾਲੀਆਂ ਮਿਚ ਮੈਕਾਨੇਲ ਵੀ ਸ਼ਾਮਲ ਸਨ। ਜੇਕਰ ਸੈਨੇਟ ਤੋਂ ਮਹਾਦੋਸ਼ ਪਾਸ ਹੋ ਜਾਂਦਾ ਤਾਂ ਟਰੰਪ ਦੁਬਾਰਾ ਚੋਣਾਂ ਨਾ ਲੜ ਪਾਉਂਦੇ। ਮਿਚ ਮੈਕਾਨੇਲ ਨੇ ਕਿਹਾ ਸੀ ਕਿ 6 ਜਨਵਰੀ ਨੂੰ ਟਰੰਪ ਦਾ ਵਿਵਹਾਰ ਜ਼ਿੰਮੇਵਾਰੀ ਤੋਂ ਭੱਜਣ ਦੀ ਇੱਕ ਸ਼ਰਮਨਾਕ ਮਿਸਾਲ ਸੀ। ਫਿਰ ਵੀ ਉਹਨਾਂ ਨੇ ਕੋਈ ਅਜਿਹਾ ਕਦਮ ਨਾ ਚੁੱਕਣ ਦਾ ਫੈਸਲਾ ਲਿਆ ਜਿਸ ਕਾਰਨ ਸਾਬਕਾ ਰਾਸ਼ਟਰਪਤੀ ਦਾ ਸਿਆਸੀ ਕੈਰੀਅਰ ਪੂਰੀ ਤਰ੍ਹਾਂ ਖਤਮ ਹੋ ਸਕਦਾ ਸੀ। ਸ਼ਾਇਦ ਮਿਚ ਮੈਕਾਨੇਲ ਨੂੰ ਡਰ ਸੀ ਕਿ ਜੇਕਰ ਉਹਨਾਂ ਨੇ ਅਜਿਹਾ ਕਦਮ ਚੁੱਕਿਆ ਤਾਂ ਉਹਨਾਂ ਦਾ ਆਪਣਾ ਕੈਰੀਅਰ ਦਾਅ ਉੱਤੇ ਲੱਗ ਜਾਵੇਗਾ। ਰਿਪਬਲਿਕਨ ਪਾਰਟੀ ਦੇ ਆਗੂਆਂ ਨੂੰ ਵੀ ਡਰ ਸੀ ਕਿ ਟਰੰਪ ਖੁਦ ਆਪਣੀ ਤੀਜੀ ਪਾਰਟੀ ਖੜੀ ਕਰ ਸਕਦੇ ਹਨ, ਜਿਸ ਨਾਲ ਰਿਪਬਲਿਕਨ ਸਮਰਥਕ ਉਹਨਾਂ ਵੱਲ ਚਲੇ ਜਾਣ। ਟਰੰਪ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਰਿਪਬਲਿਕਨ ਪਾਰਟੀ ਦੇ ਆਗੂਆਂ ਦੇ ਇਸ ਸ਼ੱਕ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਨਹੀਂ ਸਨ ਕਰ ਰਹੇ। ਲੰਬੇ ਸਮੇਂ ਤੋਂ ਸੰਚਾਰ ਸਲਾਹਕਾਰ ਰਹੇ ਜੈਸਨ ਮਿਲਰ ਨੇ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਰਿਪਬਲਿਕਨ ਪਾਰਟੀ ਦੇ ਆਗੂਆਂ ਤੇ ਨਿਰਭਰ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੰਪ ਦੇ ਤੀਜੀ ਧਿਰ ਬਣਾਉਣ ਦਾ ਮੁੱਦਾ ਗੰਭੀਰ ਨਾ ਬਣ ਜਾਵੇ। ਅਹੁਦਾ ਛੱਡਣ ਤੋਂ ਬਾਅਦ ਟਰੰਪ ਨੇ ਇੱਕ ਮਹੀਨਾ ਦਾ ਸਮਾਂ ਆਪਣੇ ਮਾਰੇ ਲਾਗੋ ਕਲੱਬ ਦੇ ਆਰਾਮਦਾਇਕ ਵਾਤਾਵਰਣ ਵਿੱਚ ਬਿਤਾਇਆ। ਹਾਲਾਂਕਿ ਫਰਵਰੀ ਮਹੀਨਾ ਖਤਮ ਹੁੰਦੇ ਹੁਣ ਜੇ 6 ਜਨਵਰੀ ਦੀ ਹਿੰਸਾ ਦਾ ਰੌਲਾ ਘਟ ਗਿਆ ਸੀ, ਇਸੇ ਲਈ ਟਰੰਪ ਆਪਣੇ ਪਹਿਲੇ ਜਨਤਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਤਿਆਰ ਸਨ। ਉਹ ਆਰਲੈਂਡੋ, ਫਲੋਰੀਡਾ ਵਿੱਚ ਸੱਜੇ ਪੱਖੀ ਸੰਗਠਨ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ। ਇਸ ਕਾਨਫਰੰਸ ਦੇ ਪ੍ਰੋਗਰਾਮ ਆਮ ਤੌਰ ਤੇ ਵਾਸ਼ਿੰਗਟਨ ਡੀਸੀ ਦੇ ਨੇੜੇ ਹੁੰਦੇ ਸਨ, ਪਰ ਕੋਵਿਡ ਸੰਬੰਧੀ ਪਾਬੰਦੀਆਂ ਕਾਰਨ ਇਹ ਕਾਨਫਰੰਸ ਆਰਲੈਂਡੋ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਡੋਨਲਡ ਟਰੰਪ ਨੇ ਦਿਖਾਇਆ ਕਿ ਰਿਪਬਲਿਕਨ ਸਮਰਥਕ ਅਜੇ ਵੀ ਉਹਨਾਂ ਦੇ ਹੱਕ ਵਿੱਚ ਖੜੇ। ਹੋਟਲ ਦੇ ਵਿਸ਼ਾਲ ਕਾਨਫਰੰਸ ਸੈਂਟਰ ਵਿੱਚ ਰੌਲਾ ਪਾ ਰਹੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਸੀ ਕਿ ਉਹਨਾਂ ਦੇ ਪਿਆਰ ਦੀ ਰੋਸ਼ਨੀ ਵਿੱਚ ਚਮਕ ਰਹੇ ਸੀ। ਉਹਨਾਂ ਨੇ ਕਿਹਾ ਸੀ, ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਕਹਿ ਰਿਹਾ ਕਿ ਅਸੀਂ ਇਕੱਠਿਆਂ ਮਿਲ ਕੇ ਜੋ ਸ਼ਾਨਦਾਰ ਸਫ਼ਰ ਸ਼ੁਰੂ ਕੀਤਾ ਹੈ ਉਹ ਅਜੇ ਖਤਮ ਨਹੀਂ ਹੋਇਆ। ਟਰੰਪ ਨੇ ਨਖਰੇ ਭਰੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਸਾਲ 2024 ਵਿੱਚੋਂ ਤੀਜੀ ਵਾਰ ਡੈਮੋਕ੍ਰੈਟਿਕ ਪਾਰਟੀ ਨੂੰ ਹਰਾ ਦੇਵੇ। ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿੱਚ ਕਰਵਾਏ ਗਏ ਇੱਕ ਸਰਵੇਖਣ ਨੇ ਇਸ ਗੱਲ ਉੱਤੇ ਮੋਹਰ ਲਾ ਦਿੱਤੀ ਸੀ ਅਤੇ ਸ਼ਾਇਦ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਸੀ। ਸਰਵੇ ਵਿੱਚ ਸ਼ਾਮਲ 68% ਲੋਕਾਂ ਨੇ ਕਿਹਾ ਕਿ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨੀ ਚਾਹੀਦੀ ਹੈ। ਇਸ ਦੇ ਨਾਲ ਹੀ 55% ਨੇ ਕਿਹਾ ਕਿ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਲਈ ਵੋਟਿੰਗ ਰਿਪਬਲਿਕਨ ਪਾਰਟੀ ਦੇ ਆਗੂਆਂ ਵਿਚਾਲੇ ਹੋਈ ਹੈ, ਇਸ ਲਈ ਉਹ ਟਰੰਪ ਨੂੰ ਵੋਟ ਪਾਉਣਗੇ। ਇਸ ਸਰਵੇ ਵਿੱਚ ਦੂਜੇ ਨੰਬਰ ਤੇ ਆ ਰਿਪਬਲਿਕਨ ਪਾਰਟੀ ਦੇ ਆਗੂ ਅਤੇ ਫਲੋਰੀਡਾ ਦੇ ਗਵਰਨਰ ਰੌਨ ਡੈਸੈਂਟਿਸ ਨੂੰ ਟਰੰਪ ਦੇ ਮੁਕਾਬਲੇ ਅੱਧੀਆਂ ਵੋਟਾਂ ਮਿਲੀਆਂ ਸਨ। ਮੈਰੀਡਿਥ ਮੈਗਰਾ ਨੇ ਦੱਸਿਆ ਕਿ ਸੰਮੇਲਨ ਤੋਂ ਪਹਿਲਾਂ ਟਰੰਪ ਅਤੇ ਉਹਨਾਂ ਦੀ ਟੀਮ ਬਹੁਤ ਘਬਰਾਏ ਹੋਏ ਨਜ਼ਰ ਆ ਰਹੇ ਸਨ। ਜਦੋਂ ਟਰੰਪ ਨੂੰ ਇਹਨਾਂ ਮਜ਼ਬੂਤ ਸਮਰਥਨ ਮਿਲਿਆ ਤਾਂ ਇਹ ਮਨੋਵਿਗਿਆਨਿਕ ਤੌਰ ਉੱਤੇ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਲਈ ਬੇहद ਅਹਿਮ ਪਲ ਸੀ। ਕੁਝ ਸਮੇਂ ਬਾਅਦ ਡੋਨਲਡ ਟਰੰਪ ਨੇ ਫੰਡ ਇਕੱਠੇ ਕਰਨ ਲਈ ਆਪਣੇ ਸਮਰਥਕਾਂ ਨੂੰ ਈਮੇਲ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਮੈਲਾਨੂਮਾ ਰੈਲੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੂਨ ਵਿੱਚ ਓਹਾਇਓ ਵਿੱਚ ਇੱਕ ਰੈਲੀ ਵਿੱਚ ਟਰੰਪ ਨੇ ਪੁੱਛਿਆ ਕਿ ਤੁਸੀਂ ਮੈਨੂੰ ਯਾਦ ਕੀਤਾ। ਇਸ ਭੀੜ ਨੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ, ਜਿਸ ਤੇ ਟਰੰਪ ਨੇ ਕਿਹਾ, ਇਹ ਲੋਕ ਮੈਨੂੰ ਮਿਸ ਕਰ ਰਹੇ ਸੀ। ਜੇਕਰ ਸਾਲ 2021 ਨੇ ਰਿਪਬਲਿਕਨ ਪਾਰਟੀ ਵਿੱਚ ਟਰੰਪ ਦਾ ਦਬਦਬਾ ਬਰਕਰਾਰ ਰੱਖਣ ਦਾ ਇਸ਼ਾਰਾ ਦਿੱਤਾ ਤਾਂ ਸਾਲ 2022 ਦੀਆਂ ਮੱਧਕਾਲੀ ਚੋਣਾਂ ਨੇ ਇਸ ਤੇ ਮੋਹਰ ਲਾ ਦਿੱਤੀ। ਉਦੋਂ ਤੱਕ ਅਮਰੀਕੀ ਫੌਜ ਹਫਤਾ ਦਫੜੀ ਵਿੱਚ ਅਫਗਾਨਿਸਤਾਨ ਛੱਡ ਚੁੱਕੀ ਸੀ ਅਤੇ ਉੱਥੇ ਅਮਰੀਕਾ ਦੀ ਹਮਾਇਤ ਵਾਲੀ ਸਰਕਾਰ ਟਹਿ ਚੁੱਕੀ ਸੀ। ਗੈਸ ਦੀਆਂ ਕੀਮਤਾਂ ਤੇ ਮਹਿੰਗਾਈ ਬੇहद ਉੱਚੇ ਪੱਧਰਾਂ ਤੇ ਸੀ। ਇਸ ਤਰ੍ਹਾਂ ਦਾ ਮੰਜ਼ਰ ਪਿਛਲੇ ਕਈ ਦਹਾਕਿਆਂ ਤੋਂ ਦੇਖਣ ਨੂੰ ਨਹੀਂ ਸੀ ਮਿਲਿਆ। ਮਹਾਮਾਰੀ ਤੋਂ ਉੱਭਰ ਰਹੇ ਅਮਰੀਕਾ ਦੀ ਆਰਥਿਕ ਵਿਕਾਸ ਦਰ ਵੀ ਡਿੱਗਣ ਲੱਗੀ ਸੀ। ਜੋ ਬਾਈਡਨ ਦੀ ਲੋਕਪ੍ਰਿਯਤਾ ਲਗਾਤਾਰ ਘਟ ਰਹੀ ਸੀ। ਅਜਿਹੇ ਵਿੱਚ ਸਾਲ 2021 ਵਿੱਚ ਜਿਹੜਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਟਰੰਪ ਦੇ ਖਿਲਾਫ ਸੀ, ਉਹ ਬਦਲਦਾ ਜਾਪ ਰਿਹਾ ਸੀ। ਬ੍ਰਾਇਨ ਲਾਂਜ਼ਾ ਕਹਿੰਦੇ ਹਨ ਕਿ ਜੋ ਬਾਈਡਨ ਵੋਟਰਾਂ ਦੀਆਂ ਬੁਨਿਆਦੀ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਸਨ। ਇਸ ਨਾਲ ਟਰੰਪ ਨੂੰ ਵਾਪਸੀ ਕਰਨ ਦਾ ਚੰਗਾ ਮੌਕਾ ਮਿਲਿਆ। ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਜਿਹੜੇ ਆਗੂ ਟਿਕਟ ਦੇ ਚਾਹਵਾਨ ਸਨ, ਉਹਨਾਂ ਲਈ ਟਰੰਪ ਦੇ ਦਰ ਅੱਗੇ ਸਿਰ ਝੁਕਾਉਣਾ ਲਾਜ਼ਮੀ ਹੋ ਗਿਆ ਸੀ। ਟਰੰਪ ਦੀ ਸਹਿਮਤੀ ਨੂੰ ਰੂੜੀਵਾਦੀ ਵੋਟਰਾਂ ਦਾ ਸਮਰਥਨ ਹਾਸਲ ਕਰਨ ਅਤੇ ਚੋਣਾਂ ਲੜਨ ਲਈ ਫੰਡ ਜੁਟਾਉਣ ਦੀ ਗਾਰੰਟੀ ਮੰਨਿਆ ਜਾ ਰਿਹਾ ਸੀ। ਦੂਜੇ ਮਹਾਦੋਸ਼ ਦੌਰਾਨ ਅਮਰੀਕੀ ਸੰਸਦ ਦੇ ਜਿਨ੍ਹਾਂ 6 ਰਿਪਬਲਿਕਨ ਸੰਸਦ ਮੈਂਬਰਾਂ ਨੇ ਟਰੰਪ ਦੇ ਖਿਲਾਫ ਵੋਟ ਪਾਈ ਅਤੇ ਜਿਹੜੇ ਲੋਕ ਦੁਬਾਰਾ ਚੋਣ ਲੜ ਰਹੇ ਸਨ, ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਟਰੰਪ ਪੱਖੀ ਉਮੀਦਵਾਰਾਂ ਤੋਂ ਹਾਰ ਗਏ ਸਨ। ਉੱਥੇ ਹੀ ਓਹਾਇਓ ਵਿੱਚ ਸੈਨੇਟ ਦੇ ਉਮੀਦਵਾਰ ਜੈਡੀ ਵੈਂਸ ਅਤੇ ਜਾਰਜੀਆ ਵਿੱਚ ਹਰਸ਼ੇਲ ਵਾਕਰ ਟਰੰਪ ਦੇ ਸਮਰਥਨ ਨਾਲ ਉਮੀਦਵਾਰਾਂ ਦੀ ਭੀੜ ਵਿੱਚ ਆਪਣੀ ਟਿਕਟ ਪੱਕੀ ਕਰਨ ਵਿੱਚ ਕਾਮਯਾਬ ਰਹੇ ਸਨ। ਸਾਲ 2016 ਦੀਆਂ ਚੋਣਾਂ ਵਿੱਚ ਐਰੀਜ਼ੋਨਾ ਸੂਬੇ ਵਿੱਚ ਟਰੰਪ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਵਾਲੇ ਅਤੇ ਸਾਲ 2020 ਵਿੱਚ ਪੱਛਮੀ ਖੇਤਰ ਦੇ ਪ੍ਰਚਾਰ ਨਿਰਦੇਸ਼ਕ ਰਹੇ ਬ੍ਰਾਇਨ ਸੈਟਚਿਕ ਨੇ ਟਰੰਪ ਦੇ ਸਮਰਥਨ ਦਾ ਮਤਲਬ ਸੀ ਕਿ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਉਮੀਦਵਾਰ ਦੀ ਜਿੱਤ ਯਕੀਨੀ ਸੀ। ਹਾਲਾਂਕਿ 2022 ਦੇ ਪਹਿਲੇ 6 ਮਹੀਨਿਆਂ ਵਿੱਚ ਟਰੰਪ ਲਈ ਚੰਗੀਆਂ ਖਬਰਾਂ ਆਈਆਂ ਸਨ, ਪਰ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਿਲਕੁਲ ਵੱਖਰੀ ਤਸਵੀਰ ਸਾਹਮਣੇ ਆਈ।
ਸੈਨੇਟ ਵਿੱਚ ਟਰੰਪ ਦਾ ਸਮਰਥਨ ਕਰਨ ਵਾਲੇ 4 ਅਹਿਮ ਉਮੀਦਵਾਰਾਂ ਵਿੱਚੋਂ ਸਿਰਫ ਇੱਕ ਉਮੀਦਵਾਰ ਲੇਖਕ ਤੋਂ ਸਿਆਸਤਦਾਨ ਬਣੇ JD ਵਾਂਸ ਆਪਣੇ ਡੈਮੋਕ੍ਰੈਟਿਕ ਵਿਰੋਧੀ ਨੂੰ ਹਰਾਉਣ ਵਿੱਚ ਸਫਲ ਰਹੇ ਸਨ। ਉਸ ਸਮੇਂ ਰਿਪਬਲਿਕਨ ਪਾਰਟੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਮਾਮੂਲੀ ਬਹੁਮਤ ਹਾਸਲ ਕਰ ਰਹੀ ਸੀ। ਉਸ ਸਮੇਂ ਰਿਪਬਲਿਕਨ ਪਾਰਟੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਮਾਮੂਲੀ ਬਹੁਮਤ ਹਾਸਲ ਕਰ ਸਕੀ ਸੀ ਅਤੇ ਕੈਵਿਨ ਮੈਕਾਰਥੀ ਹਾਊਸ ਸਪੀਕਰ ਬਣ ਗਏ। ਪਰ ਰਿਪਬਲਿਕਨ ਪਾਰਟੀ ਦੀ ਕਾਰਗੁਜ਼ਾਰੀ ਉਮੀਦ ਮੁਤਾਬਕ ਨਹੀਂ ਰਹੀ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਸੈਨੇਟ ਵਿੱਚ ਆਪਣਾ ਬਹੁਮਤ ਬਚਾਉਣ ਵਿੱਚ ਸਫਲ ਰਹੀ। ਫਲੋਰੀਡਾ ਵਿੱਚ ਗਵਰਨਰ ਰੌਨ ਡੀਸੈਂਟਿਸ ਸਾਲ 2021 ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਕਰਵਾਏ ਗਏ ਸਰਵੇਖਣ ਵਿੱਚ ਟਰੰਪ ਤੋਂ ਕਾਫੀ ਪਿੱਛੇ ਰਹੇ। ਉਹਨਾਂ ਨੇ ਹੈਰਾਨੀਜਨਕ ਤੌਰ ਤੇ ਦੋਹਰੇ ਅੰਕਾਂ ਨਾਲ ਮੁੜ ਚੌਂਕ ਜਿੱਤੀ। ਇਸ ਨਾਲ ਕਿਆ ਸਾਰੀਆਂ ਵੱਧ ਗਈਆਂ ਸਨ ਕਿ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ। ਇਸ ਦੌਰਾਨ ਟਰੰਪ ਗੁੱਸੇ ਵਿੱਚ ਸਨ। ਉਹਨਾਂ ਨੇ ਰਿਪਬਲਿਕਨ ਪਾਰਟੀ ਦੀ ਉਮੀਦ ਤੋਂ ਮਾੜੀ ਕਾਰਗੁਜ਼ਾਰੀ ਲਈ ਗਰਭਪਾਤ ਪਾਬੰਦੀਆਂ ਦਾ ਸਮਰਥਨ ਕਰਨ ਅਤੇ ਰੂੜੀਵਾਦੀ ਲੋਕਤੰਤਰ ਪ੍ਰਤੀ ਨਾਕਾਫੀ ਵਫਾਦਾਰੀ ਦਿਖਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੱਧਕਾਲੀ ਚੋਣਾਂ ਤੋਂ ਕੁਝ ਹਫ਼ਤੇ ਬਾਅਦ ਜਦੋਂ ਸਿਆਸੀ ਮਾਹਰ ਹਾਲੇ ਅੰਦਾਜ਼ਾ ਹੀ ਲਗਾ ਰਹੇ ਸਨ ਕਿ ਟਰੰਪ ਦੀ ਲੋਕਪ੍ਰਿਯਤਾ ਖਤਮ ਹੋ ਗਈ ਹੈ, ਉਸ ਸਮੇਂ ਫਿਰ ਟਰੰਪ ਨੇ ਰਸਮੀ ਤੌਰ ਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਸੀ। ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਸ਼ੁਰੂਆਤ ਇੰਨੀ ਮਾੜੀ ਸੀ ਕਿ ਅਜਿਹਾ ਲੱਗ ਰਿਹਾ ਸੀ ਕਿ ਉਹਨਾਂ ਨੇ ਇਸ ਦੀ ਸ਼ੁਰੂਆਤ ਗਲਤ ਸਮੇਂ ਤੇ ਕੀਤੀ ਸੀ। ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਜਦੋਂ ਟਰੰਪ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਇਆ ਕਿ ਸਾਬਕਾ ਰਾਸ਼ਟਰਪਤੀ ਆਪਣੀ ਸਿਆਸੀ ਸੂਝ-ਬੂਝ ਗਵਾ ਚੁੱਕੇ ਸਨ। ਮਾਰੇ ਲਾਗੋ ਦੇ ਜਿਸ ਆਰਾਮਦਾਇਕ ਮਾਹੌਲ ਵਿੱਚ ਟਰੰਪ ਨੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ, ਉਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਹਨਾਂ ਦੀ ਚੋਣ ਮੁਹਿੰਮ ਮੌਜੂਦਾ ਸਿਆਸੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਇਸ ਤੋਂ ਬਾਅਦ ਜਦੋਂ ਵੀ ਟਰੰਪ ਚਰਚਾ ਵਿੱਚ ਆਏ ਤਾਂ ਗਲਤ ਕਾਰਨਾਂ ਕਰਕੇ ਹੀ ਹੈ। ਭਾਵੇਂ ਮਾਰੇ ਲਾਗੋ ਵਿੱਚ ਇੱਕ ਪ੍ਰਮੁੱਖ ਗੌਰੇ ਰਾਸ਼ਟਰਵਾਦੀ ਨਿਕ ਫੋਇੰਟਸ ਨਾਲ ਡਿਨਰ ਕਰਨ ਦਾ ਮਾਮਲਾ ਹੋਵੇ ਜਾਂ ਸੋਸ਼ਲ ਮੀਡੀਆ ਤੇ ਲਿਖਣਾ ਹੋਵੇ ਕਿ ਅਮਰੀਕਾ ਦੇ ਸੰਵਿਧਾਨ ਦੇ ਨਿਯਮਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਬਹਾਲ ਕੀਤਾ ਜਾ ਸਕੇ। ਮੈਰੀਡਿਥ ਮੈਕਗਰਾ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਤੋਂ ਬਾਅਦ ਦਾ ਸਮਾਂ ਟਰੰਪ ਦੀ ਮੁਹਿੰਮ ਲਈ ਬਹੁਤ ਹੀ ਸਿਆ ਰਿਹਾ ਸੀ। ਉਹ ਕਹਿੰਦੇ ਹਨ ਕਿ ਰਿਪਬਲਿਕਨ ਪਾਰਟੀ ਦੇ ਆਗੂ ਟਰੰਪ ਨੂੰ ਲੈ ਕੇ ਡਰੇ ਹੋਏ ਸਨ। ਉਸ ਸਮੇਂ ਦੇ ਮਾਹੌਲ ਦਾ ਵਰਣਨ ਕਰਦੇ ਹੋਏ ਮੈਰੀਡਿਥ ਕਹਿੰਦੇ ਹਨ ਕਿ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਿਹਾ ਹੈ, ਪਰ ਕੀ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਉਹ ਚੋਣਾਂ ਜਿੱਤਣਗੇ, ਕਿ ਉਹਨਾਂ ਕੋਲ ਚੋਣ ਜਿੱਤਣ ਲਈ ਲੋੜੀਂਦਾ ਅਨੁਸ਼ਾਸਨ ਹੈ। ਹਾਲਾਂਕਿ ਪਰਦੇ ਦੇ ਪਿੱਛੇ ਟਰੰਪ ਚੁੱਪਚਾਪ ਆਪਣੇ ਚੋਣ ਮੁਹਿੰਮ ਦੇ ਕਰਮਚਾਰੀਆਂ ਨੂੰ ਦੁਬਾਰਾ ਬਹਾਲ ਕਰ ਰਹੇ ਸਨ। ਸਾਲ 2016 ਅਤੇ ਸਾਲ 2020 ਦੇ ਉਲਟ ਇਸ ਵਾਰ ਉਹਨਾਂ ਨੇ ਚੋਣ ਪ੍ਰਚਾਰ ਦੀ ਕਮਾਨ ਤਜਰਬੇਕਾਰ ਸਿਆਸੀ ਹਸਤੀਆਂ ਨੂੰ ਸੌਂਪੀ ਸੀ। ਕ੍ਰਿਸ ਲਾਸੀਵੀਟਾ ਅਤੇ ਸੁਸ਼ੀ ਵਾਇਲਸ ਸ਼ਾਇਦ ਘਰ ਜਾਣ ਵਾਲੇ ਨਾ ਨਹੀਂ ਹਨ, ਪਰ ਕ੍ਰਿਸ ਲਾਸੀਵੀਟਾ ਰਿਪਬਲਿਕਨ ਪਾਰਟੀ ਦੀ ਸਿਆਸਤ ਦੇ ਲੰਬੇ ਸਮੇਂ ਤੋਂ ਮਾਹਰ ਹਨ, ਜਿਨ੍ਹਾਂ ਕੋਲ ਦਹਾਕਿਆਂ ਦਾ ਤਜਰਬਾ ਹੈ। ਦੂਜੇ ਪਾਸੇ ਸੁਸ਼ੀ ਵਾਇਲਸ ਨੇ ਫਲੋਰੀਡਾ ਨੂੰ ਕੰਜ਼ਰਵੇਟਿਵ ਪਾਰਟੀ ਦਾ ਮਜ਼ਬੂਤ ਗੜ੍ਹ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਦੋਵਾਂ ਨੇ ਟਰੰਪ ਨਾਲ ਮਿਲ ਕੇ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਹਾਸਲ ਕਰਨ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਬ੍ਰਾਇਨ ਲਾਜ਼ਾ ਨੇ ਕਿਹਾ ਕਿ ਜਦੋਂ ਰੌਨ ਡੈਸਾਂਟਿਸ ਫਲੋਰੀਡਾ ਵਿੱਚ ਆਪਣੀਆਂ ਅਧਿਕਾਰਤ ਜ਼ਿੰਮੇਵਾਰੀਆਂ ਵਿੱਚ ਰੁੱਝੇ ਹੋਏ ਸਨ, ਟਰੰਪ ਨੇ ਆਪਣੀ ਮੁਹਿੰਮ ਦੀ ਦਿਸ਼ਾ ਅਤੇ ਦਿਸ਼ਾ ਤੈਅ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਹੋਰ ਰਿਪਬਲਿਕਨ ਆਗੂ ਗਵਰਨਰ ਡੈਸਾਂਟਿਸ ਪ੍ਰਤੀ ਸਨਮਾਨ ਜ਼ਾਹਰ ਕਰ ਰਹੇ ਸਨ। ਇਸ ਦੇ ਨਾਲ ਹੀ ਟਰੰਪ ਨੇ ਉਹਨਾਂ ਤੇ ਖੁੱਲ੍ਹ ਕੇ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ। ਬ੍ਰਾਇਨ ਲਾਜ਼ਾ ਦਾ ਕਹਿਣਾ ਹੈ ਕਿ ਹਰ ਕੋਈ ਸੋਚ ਰਿਹਾ ਸੀ ਕਿ ਰੌਨ ਡੈਸਾਂਟਿਸ ਸਿਆਸਤ ਦੇ ਅਜਿਹੇ ਸਿਖਰ ਤੇ ਹਨ ਕਿ ਉਹਨਾਂ ਨੂੰ ਨੀਚਾ ਨਹੀਂ ਦਿਖਾਇਆ ਜਾ ਸਕਦਾ ਸੀ, ਪਰ ਟਰੰਪ ਨੇ ਡੈਸਾਂਟਿਸ ਬਾਰੇ ਕਾਫੀ ਕੁਝ ਬੋਲਿਆ। ਟਰੰਪ ਦੀ ਟੀਮ ਨੂੰ ਅਜਿਹੇ ਤਬਕਿਆਂ ਤੋਂ ਸਮਰਥਨ ਮਿਲਿਆ ਜਿੱਥੋਂ ਉਮੀਦ ਨਹੀਂ ਸੀ। ਨਿਊਯਾਰਕ, ਜਾਰਜੀਆ, ਵਾਸ਼ਿੰਗਟਨ DC ਦੇ ਨਿਆਂ ਵਿਭਾਗਾਂ ਨੇ ਵੀ ਉਹਨਾਂ ਨੂੰ ਸਹਾਰਾ ਦਿੱਤਾ। ਅਗਸਤ 2022 ਵਿੱਚ FBI ਨੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਸੰਵੇਦਨਸ਼ੀਲ ਦਸਤਾਵੇਜ਼ਾਂ ਦੀ ਭਾਲ ਵਿੱਚ ਮਾਰੇ ਲਾਗੋ ਵਿੱਚ ਛਾਪਾ ਮਾਰਿਆ ਸੀ। ਇਸ ਦੇ ਨਾਲ ਹੀ ਸਾਲ 2023 ਵਿੱਚ ਟਰੰਪ ਨੂੰ ਅਦਾਲਤ ਨੇ ਕਈ ਮਾਮਲਿਆਂ ਵਿੱਚ ਮੁਲਜ਼ਮ ਕਰਾਰ ਦਿੱਤਾ ਸੀ। ਅਜਿਹੇ ਸਮੇਂ ਜਦੋਂ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਮੁਕਾਬਲਾ ਚੱਲ ਰਿਹਾ ਸੀ, ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਦੀਆਂ ਅਪਰਾਧਿਕ ਕਾਰਵਾਈਆਂ ਅਤੇ ਉਹਨਾਂ ਦੀ ਸਜ਼ਾ ਬਾਰੇ ਵੀ ਚਰਚਾ ਜ਼ੋਰ ਫੜ ਰਹੀ ਸੀ। ਅਗਸਤ ਵਿੱਚ ਅਟਲਾਂਟਾ ਜੇਲ੍ਹ ਵਿੱਚ ਲਈ ਗਈ ਟਰੰਪ ਦੀ ਫੋਟੋ ਨੂੰ ਬਹੁਤ ਜਲਦੀ ਹੀ ਉਹਨਾਂ ਦੀ ਚੋਣ ਮੁਹਿੰਮ ਦੀ ਪ੍ਰਚਾਰ ਸਮੱਗਰੀ ਦਾ ਹਿੱਸਾ ਬਣ ਗਈ ਅਤੇ ਇਸ ਤਸਵੀਰ ਦਾ ਖੂਬ ਪ੍ਰਚਾਰ ਕੀਤਾ ਗਿਆ। ਵੱਡੀ ਗਿਣਤੀ ਖੱਬੇ ਪੱਖੀਆਂ ਨੂੰ ਟਰੰਪ ਨੂੰ ਮਿਲੀ ਸਜ਼ਾ ਅੰਤ ਨੂੰ ਹੋਏ ਨਿਆਂ ਵਰਗੀ ਲੱਗ ਰਹੀ ਸੀ, ਪਰ ਆਪਣੀ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਚੁਣਨ ਵਾਲੇ ਰੂੜੀਵਾਦੀ ਵੋਟਰਾਂ ਲਈ ਇਹ ਮੁਸੀਬਤਾਂ ਵਿੱਚ ਘਿਰੇ ਆਪਣੇ ਆਗੂ ਨਾਲ ਖੜੇ ਹੋਣ ਦਾ ਮੌਕਾ ਸੀ। ਰੂੜੀਵਾਦੀ ਤਬਕਿਆਂ ਵਿੱਚ ਸਰਵੇਖਣ ਕਰਾਉਣ ਵਾਲੀ ਸਾਰਾ ਲਾਂਗੇਵਾਲ ਨੇ ਜੂਨ 2023 ਵਿੱਚ ਨਿਊਜ਼ ਚੈਨਲ PBS ਤੇ ਆਓਵਾ ਵਿੱਚ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਸੀ, ਜਦੋਂ ਨਿਆਂ ਵਿਭਾਗ ਨੇ ਟਰੰਪ ਨੂੰ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ਾਂ ਦੀ ਗਲਤ ਤਰੀਕੇ ਨਾਲ ਸਾਂਭ ਸੰਭਾਲ ਕਰਨ ਦਾ ਦੋਸ਼ੀ ਦੱਸਿਆ ਸੀ। ਉਸ ਸਮੇਂ ਇੱਕ ਸਮਰਥਕ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਟਰੰਪ ਨੂੰ ਫਸਾਇਆ ਜਾ ਰਿਹਾ ਹੈ। ਇੱਕ ਹੋਰ ਸਮਰਥਕ ਨੇ ਕਿਹਾ ਕਿ ਇਹ ਚੋਣਾਂ ਵਿੱਚ ਅਜਿਹਾ ਦਖਲਅੰਦਾਜ਼ੀ ਹੈ ਜਿਸ ਤਰ੍ਹਾਂ ਦੀ ਅਸੀਂ ਪਹਿਲਾਂ ਕਦੇ ਨਹੀਂ ਦੇਖੀ। ਬ੍ਰਾਇਨ ਲਾਜ਼ਾ ਮੁਤਾਬਕ ਟਰੰਪ ਤੇ ਇਲਜ਼ਾਮ ਲੱਗਣ ਦੇ ਇਹਨਾਂ ਮਾਮਲਿਆਂ ਨੇ ਰਿਪਬਲਿਕਨ ਪਾਰਟੀ ਦੇ ਅੰਦਰ ਦਰਾੜਾਂ ਪੈਦਾ ਕਰ ਦਿੱਤੀਆਂ ਸਨ ਅਤੇ ਪਾਰਟੀ ਵਿੱਚ ਦੋ ਧੜੇ ਬਣ ਗਏ ਸਨ।
ਇਹਨਾਂ ਵਿੱਚ ਇੱਕ ਵਰਗ ਅਜਿਹਾ ਵੀ ਸੀ ਜੋ ਟਰੰਪ ਨੂੰ ਮੁਲਜ਼ਮ ਬਣਾਉਣ ਪਿੱਛੇ ਸੱਤਾ ਦੀ ਦੁਰਵਰਤੋਂ ਨੂੰ ਸਮਝਦਾ ਸੀ, ਜਦੋਂ ਕਿ ਦੂਜੇ ਵਰਗ ਅਜਿਹਾ ਨਹੀਂ ਸੀ ਮੰਨਦਾ। ਬ੍ਰਾਇਨ ਕਹਿੰਦੇ ਹਨ ਕਿ ਰੌਨ ਡੈਸੈਂਟਿਸ ਨੇ ਪਹਿਲਾਂ ਇਸ ਬਾਰੇ ਸਿੱਧਾ ਰੁਖ ਨਹੀਂ ਅਪਣਾਇਆ ਤੇ ਬਾਅਦ ਵਿੱਚ ਇਸ ਦਾ ਸ਼ਿਕਾਰ ਬਣ ਗਿਆ। ਮਾਰਚ 2023 ਵਿੱਚ ਜਦੋਂ ਨਿਊਯਾਰਕ ਦੀ ਇੱਕ ਅਦਾਲਤ ਨੇ ਟਰੰਪ ਤੇ ਇੱਕ ਪੌਰਨ ਸਟਾਰ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦਾ ਇਲਜ਼ਾਮ ਲਗਾਇਆ ਸੀ, ਉਸ ਸਮੇਂ ਰੌਨ ਡੈਸੈਂਟਿਸ ਨੇ ਕਿਹਾ ਕਿ ਇਹ ਤਾਂ ਬਣਾਈ ਗਈ ਸਰਕਸ ਹੈ ਅਤੇ ਇਹ ਕੋਈ ਅਸਲ ਮੁੱਦਾ ਨਹੀਂ। 2023 ਦੀ ਪੱਛੜ ਦੇ ਦਿਨ ਆਉਣ ਤੱਕ ਰਿਪਬਲਿਕਨ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਟਰੰਪ ਨੇ ਵੱਡੀ ਲੀਡ ਹਾਸਲ ਕਰ ਲਈ ਸੀ। ਉਹ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਨਿਕਲ ਗਏ ਸਨ ਅਤੇ ਉਹਨਾਂ ਨੇ ਆਪਣੀ ਜੇਤੂ ਰਫ਼ਤਾਰ ਅੰਤ ਤੱਕ ਬਰਕਰਾਰ ਰੱਖੀ। ਟਰੰਪ ਨੇ ਰਿਪਬਲਿਕਨ ਪਾਰਟੀ ਵਿੱਚ ਉਮੀਦਵਾਰੀ ਦੇ ਫੈਸਲੇ ਬਾਰੇ ਹੋ ਰਹੀ ਚਰਚਾ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਕਿਸੇ ਕਿਸਮ ਦਾ ਸਿਆਸੀ ਮਾਮਲਾ ਨਾ ਦਿੱਤਾ। ਇਸ ਦੀ ਬਜਾਏ ਟਰੰਪ ਨੇ ਆਪਣੀ ਪਛਾਣ ਬਣ ਚੁੱਕੀਆਂ ਰੈਲੀਆਂ ਅਤੇ ਜ਼ਮੀਨੀ ਪੱਧਰ ਦੀਆਂ ਮੀਟਿੰਗਾਂ ਜ਼ਰੀਏ ਆਮ ਰਿਪਬਲਿਕਨ ਸਮਰਥਕਾਂ ਅਤੇ ਵੋਟਰਾਂ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਣ ਦੀ ਆਪਣੀ ਮੁਹਿੰਮ ਜਾਰੀ ਰੱਖੀ। ਚੋਣ ਮੁਹਿੰਮ ਵਿੱਚ ਤਕਰੀਬਨ $200 ਕਰੋੜ ਫੰਡ ਇਕੱਠਾ ਕਰ ਲੈਣ ਦੇ ਬਾਵਜੂਦ ਰੌਨ ਡੈਸੈਂਟਿਸ ਜਨਵਰੀ 2024 ਦੇ ਆਇਓਵਾ ਸੂਬੇ ਦੀ ਪ੍ਰਾਇਮਰੀ ਵਿੱਚ ਟਰੰਪ ਤੋਂ ਬਹੁਤ ਪਿੱਛੇ ਰਹਿ ਗਏ ਅਤੇ ਉਮੀਦਵਾਰ ਬਣਨ ਦੀ ਦੌੜ ਤੋਂ ਬਾਹਰ ਹੋ ਗਏ। ਜਦੋਂ ਟਰੰਪ ਨੇ ਨਿਊ ਹੈਂਪਸ਼ਾਇਰ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੂੰ ਸੌਖਿਆਂ ਹੀ ਹਰਾ ਦਿੱਤਾ ਤਾਂ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਚੋਣ ਉਮੀਦਵਾਰ ਬਣਨ ਦੀ ਦੌੜ ਤਕਰੀਬਨ ਖਤਮ ਹੋ ਗਈ ਸੀ। ਟਰੰਪ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਗਏ ਸਨ। ਨਿਊਜ਼ ਡੈਸਕ, ਬਿਊਰੋ ਰਿਪੋਰਟ, ਸਾਂਝਾ।